ਕਹਿੰਦਾ ਸੀ ਮੈਂ 80 ਸਾਲ ਦੀ ਉਮਰ ਤੱਕ ਬੋਡੀ ਬਿਲਡਿੰਗ ਕਰੂੰਗਾ। ਇਸ ਟਾਈਮ ਮੈਂ ਟੁੱਟ ਚੁੱਕਿਆ, ਫਾਈਨੈਂਸ਼ਲੀ ਟੁੱਟ ਚੁੱਕਿਆ। ਮੇਰੇ ਕੋਲੇ ਆਪਣਾ ਪਰਿਵਾਰ ਚਲਾਉਣ ਲਈ ਵੀ ਔਖਾ ਹੋਇਆ ਪਿਆ। ਮੈਂ ਕਿਸੇ ਤੋਂ ਮੰਗ ਨਹੀਂ ਸਕਦਾ ਪੈਸੇ। ਇੰਡੀਆ ਦਾ ਝੰਡਾ ਲਹਿਰਾਇਆ ਜਿਹਦਾ ਮੈਂ, ਉਸ ਇੰਡੀਆ ਦੇ ਵਿੱਚ ਰਹਿੰਦਿਆਂ ਹੋਏ ਵੀ ਮੈਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ। ਅਸੀਂ ਹੁਣ ਰੋਡਾਂ 'ਤੇ ਜਾ ਕੇ ਕੋਈ ਸਬਜ਼ੀਆਂ ਤਾਂ ਵੇਚ ਨਹੀਂ ਸਕਦੇ, ਕੋਈ ਫੜੀਆਂ ਨਹੀਂ ਲਾ ਸਕਦੇ ਵੀ ਹਾਂ ਮੈਂ ਕੋਈ ਉੱਥੇ ਛੋਲੇ ਭਟੂਰੇ ਵੇਚਣ ਲੱਗ ਜਾਂ। ਕੀ ਕਹੂ ਵੀ ਇਹ ਇੰਟਰਨੈਸ਼ਨਲ ਪਲੇਅਰ ਇਹ ਕਰਦੇ ਨੇ। RMB ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਰਤਨਦੀਪ ਸਿੰਘ ਢਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇੱਕ ਇਨਸਾਨ ਨੂੰ ਲੋਕਾਂ ਨੇ ਬੜੇ ਮਿਹਣੇ ਮਾਰੇ, ਪਰ ਉਸ ਇਨਸਾਨ ਨੇ ਲੋਕਾਂ ਨੂੰ ਇਹ ਪ੍ਰੂਫ ਕਰਕੇ ਦਿਖਾਇਆ ਵੀ ਮੈਂ ਹਜੇ ਬਜ਼ੁਰਗ ਨਹੀਂ, ਮੈਂ ਜਵਾਨ ਆ। ਅਤੇ ਉਸ ਦੀਆਂ ਪ੍ਰਾਪਤੀਆਂ ਅਸੀਂ ਤੁਹਾਨੂੰ ਮੁਲਾਕਾਤ ਦੇ ਵਿੱਚ ਦਿਖਾਵਾਂਗੇ ਵੀ। ਪਰ ਕਰੋਨਾ ਦੀ ਐਸੀ ਮਾਰ ਪਈ, ਹਾਲਾਂਕਿ ਕਰੋਨਾ ਦੀ ਮਾਰ ਸਭ ਦੇ ਉੱਤੇ ਪਈ ਆ, ਪਰ ਉਸ ਇਨਸਾਨ ਦੇ ਕੈਰੀਅਰ ਦੇ ਉੱਤੇ ਬਹੁਤ ਵੱਡੀ ਮਾਰ ਪੈ ਰਹੀ ਆ। ਸਾਡੇ ਨਾਲ ਮੌਜੂਦ ਨੇ ਅੱਜ ਇੰਟਰਨੈਸ਼ਨਲ ਪੱਧਰ ਦੇ ਬੋਡੀ ਬਿਲਡਰ ਅਵਤਾਰ ਸਿੰਘ ਲਲ ਤੋਂ। ਅਵਤਾਰ ਜੀ, ਤੁਹਾਡਾ RMB ਟੈਲੀਵਿਜ਼ਨ 'ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਅਵਤਾਰ ਜੀ, ਤੁਹਾਡੀਆਂ ਹੋਰ ਵੀ TV ਚੈਨਲਾਂ 'ਤੇ ਅਸੀਂ ਇੰਟਰਵਿਊਜ਼ ਦੇਖੀਆਂ। ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਕਹਿ ਕੇ ਹਟਿਆਂਗਾ, ਕਰੋਨਾ ਕਰਕੇ ਤੁਹਾਡੇ ਵਰਗੇ ਪਲੇਅਰ ਨੂੰ ਵੀ ਮਾਰ ਪੈ ਗਈ। ਤੁਸੀਂ ਤਾਂ ਐਡੇ ਵਰਲਡ ਲੈਵਲ ਦੇ ਉੱਤੇ ਹਿੰਦੁਸਤਾਨ ਦਾ, ਪੰਜਾਬ ਦਾ ਨਾਮ ਚਮਕਾਇਆ ਗਾ, ਤੁਹਾਨੂੰ ਵੀ ਮਾਰ ਪੈ ਗਈ, ਕਿਸੇ ਨੇ ਬਾਂਹ ਨਹੀਂ ਫੜੀ। ਬਿਲਕੁਲ ਜੀ, ਇਹਦੇ ਨਾਲ ਤਾਂ ਤਕਰੀਬਨ ਪੂਰੀ ਦੁਨੀਆ ਹੀ ਪ੍ਰਭਾਵਿਤ ਹੋ ਗਈ ਆ। ਐਸੀ ਮਹਾਮਾਰੀ ਆਈ ਆ, ਅਸੀਂ ਸੋਚਿਆ ਵੀ ਨਹੀਂ ਸੀ ਜ਼ਿੰਦਗੀ 'ਚ ਕਦੇ ਆਹ ਦਿਨ ਸਾਨੂੰ ਦੇਖਣੇ ਪੈਣਗੇ। ਲੇਕਿਨ ਇਹਦੇ ਵਿੱਚ ਹੁਣ ਅੱਜ ਦੀ ਡੇਟ ਦੇ ਵਿੱਚ ਤਕਰੀਬਨ ਸਰਕਾਰ ਨੇ ਲਗਭਗ ਸਾਰੇ ਹੀ ਕੰਮ ਖੋਲ੍ਹ ਦਿੱਤੇ ਆ। ਅਤੇ ਇੱਕ ਜਿਮ, ਸਿਨੇਮਾ ਹਾਲ ਅਤੇ ਕੁਛ ਸਕੂਲ ਰਹਿ ਗਏ, ਸਵੀਮਿੰਗ ਪੂਲ, ਇਹ 3-4 ਚੀਜ਼ਾਂ ਇਹਨਾਂ ਨੇ ਛੱਡੀਆਂ ਨੇ। ਉਹ ਹੁਣ ਪਤਾ ਨਹੀਂ ਉਹਨਾਂ ਦਾ ਕੀ ਰੀਜ਼ਨ ਆ, ਕਿਉਂ ਨਹੀਂ ਖੋਲ੍ਹ ਰਹੇ। ਚਲੋ ਉਹ ਗੌਰਮੈਂਟ ਦੀ ਮਰਜ਼ੀ ਆ। ਅਸੀਂ ਅੱਜ ਤੱਕ ਗੌਰਮੈਂਟ ਦਾ ਸਾਥ ਦਿੱਤਾ, ਹੁਣ ਵੀ ਅਸੀਂ ਸਾਥ ਦੇਣ ਨੂੰ ਤਿਆਰ ਹਾਂ। ਪਰ ਲੇਕਿਨ ਗੌਰਮੈਂਟ ਸਾਡੇ ਵੱਲ ਵੀ ਧਿਆਨ ਦੇਵੇ। ਸਾਡੀ ਕੋਈ ਇਨਕਮ ਦਾ ਸੋਰਸ ਹੈ ਨਹੀਂ, ਸਾਡੇ ਵੀ ਪੇਟ ਲੱਗੇ ਆ, ਸਾਡੇ ਬੱਚੇ ਨੇ, ਅਸੀਂ ਉਹਨਾਂ ਨੂੰ ਵੀ ਕਮਾ ਕੇ ਦੇਣਾ ਕੁਛ। ਅਤੇ ਅਸੀਂ ਮਾਲੀ ਹਾਲਤ ਕਹਿ ਸਕਦੇ ਹਾਂ ਇਹਨੂੰ, ਤਕਰੀਬਨ ਬਹੁਤ ਇਹ ਤੋਂ ਪ੍ਰਭਾਵਿਤ ਹੋਏ ਆ। ਸਾਨੂੰ ਬਹੁਤ ਇਸ ਚੀਜ਼ ਦਾ ਨੁਕਸਾਨ ਝੱਲਣਾ ਪੈ ਰਿਹਾ। ਜੀ ਅਵਤਾਰ ਜੀ, ਜਿਵੇਂ ਮੈਂ ਪਹਿਲਾਂ ਕਿਹਾ, ਤੁਸੀਂ ਵਰਲਡ ਲੈਵਲ 'ਤੇ ਵੀ ਆਪਣੇ ਇੰਡੀਆ ਦਾ ਨਾਮ ਚਮਕਾਇਆ ਗਾ। ਤੁਹਾਡੇ ਤੱਕ ਕਿਸੇ ਖੇਡ ਮੰਤਰੀ ਨੇ ਜਾਂ ਹੋਰ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਪਹੁੰਚ ਨਹੀਂ ਕੀਤੀ? ਨਹੀਂ ਜੀ, ਇਹ ਤਾਂ ਭੁੱਲ ਹੀ ਜਾਓ। ਇੱਕ ਸਾਡੇ ਇੱਥੇ MLA ਸਾਹਿਬ ਨੇ, ਬੈਂਸ ਸਾਹਿਬ ਜੀ, ਉਹਨਾਂ ਨੇ ਜ਼ਰੂਰ ਮੈਨੂੰ ਸਨਮਾਨ ਕੀਤਾ ਸੀ ਆਇਆਂ ਨੂੰ, ਅਤੇ ਮੇਰੇ ਸਰੋਪਾ ਪਾਇਆ, ਹਾਰ ਪਾ ਕੇ ਉਹਨਾਂ ਨੇ ਸਨਮਾਨਿਤ ਕੀਤਾ। ਅਤੇ ਇੱਕ ਵਾਰ ਉਹਨਾਂ ਨੇ ਮੈਨੂੰ ਫਾਈਨੈਂਸ਼ਲੀ ਵੀ ਮੇਰੀ ਐਂਟਰੀ ਫੀਸ ਦਿੱਤੀ ਸੀ। ਲੇਕਿਨ ਉਹਨਾਂ ਤੋਂ ਬਿਨਾਂ ਮੈਨੂੰ ਕਿਸੇ ਵੱਲੋਂ ਕੋਈ ਆਫਰ ਨਹੀਂ ਆਈ, ਨਾ ਹੀ ਮੈਨੂੰ ਕਿਸੇ ਨੇ ਕਿਹਾ ਇਹਦੇ ਬਾਰੇ ਸਨਮਾਨਿਤ ਕਰਨ ਲਈ। ਹੁਣ ਤੁਹਾਡਾ ਮੇਨ ਇਸ਼ੂ ਕੀ ਹੈ, ਮੇਨ ਡਿਮਾਂਡ ਕੀ ਹੈ? ਇੱਕ ਤਾਂ ਤੁਹਾਡਾ ਸਪਾਂਸਰਸ਼ਿਪ ਦਾ, ਜਿਹੜੀ ਪਹਿਲਾਂ ਤਾਂ ਸਪਾਂਸਰਸ਼ਿਪ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਵੀ ਉਹ ਕੀ ਕਹਾਣੀ ਬਣੀ, ਤੁਹਾਡੇ ਹੱਥੋਂ ਕਿਉਂ ਖੁੰਝ ਰਹੀ ਆ? ਹਾਂਜੀ, ਮੈਂ ਇੱਕ ਦੱਸਣਾ ਚਾਹੂੰਗਾ ਵੀ ਮੈਂ ਪਹਿਲਾਂ ਮੈਂ ਜ਼ਿੰਦਗੀ 'ਚ ਮੇਰਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਕੋਈ ਮੈਡਲ ਲਵਾਂ। ਅਤੇ ਉਹ ਮੈਨੂੰ ਸ਼ੌਂਕ ਸੀਗਾ, ਕਿਉਂਕਿ ਮੇਰਾ ਵੱਡਾ ਭਰਾ ਵੀ ਹਾਕੀ ਦਾ ਪਲੇਅਰ ਸੀ, ਉਹਦੀ ਡੈਥ ਹੋ ਚੁੱਕੀ ਆ, BSF ਦੇ ਵਿੱਚ ਸੀਗਾ ਉਹ। ਅਤੇ ਸਾਡੇ ਘਰ ਦੇ ਪਰਿਵਾਰ ਦੇ ਵਿੱਚੋਂ ਹੀ ਸਾਨੂੰ ਗੇਮ ਦਾ ਬਹੁਤ ਸ਼ੌਂਕ ਆ। ਅੱਜ ਮੇਰੇ 2 ਬੇਟੇ ਨੇ, ਉਹਨਾਂ 'ਚੋਂ ਇੱਕ ਬੇਟਾ ਮੇਰਾ ਮੇਰੇ ਨਾਲ ਜਿਮ 'ਚ ਮੇਰੇ ਨਾਲ ਬੋਡੀ ਬਿਲਡਿੰਗ ਦਾ ਹੀ ਉਹ ਵੀ ਕਰ ਰਿਹਾ। ਛੋਟਾ ਬੇਟਾ ਮੇਰਾ ਵਾਲੀਬਾਲ ਦਾ ਨੈਸ਼ਨਲ ਪਲੇਅਰ ਆ, 18 ਸਾਲ ਉਮਰ ਆ, ਜੇ ਸਕੂਲ ਲੈਵਲ 'ਤੇ ਖੇਡਿਆ ਕਾਲਜ 'ਤੇ। ਅਤੇ ਉਹ ਸ਼ੌਂਕ ਦੇ ਵਿੱਚ ਹੀ ਮੈਨੂੰ ਜਿਮ ਜਾਣ ਦਾ ਸ਼ੌਂਕ ਸੀਗਾ। ਜਿਮ ਸ਼ੁਰੂ ਕੀਤਾ ਤਾਂ 5-6 ਸਾਲ ਮੈਂ ਵੈਸੇ ਹੀ ਫਿਟਨੈਸ ਲਈ ਲਾਉਂਦਾ ਸੀ ਜਿਮ। ਅਤੇ ਉੱਥੋਂ ਹੀ ਮੁੰਡਿਆਂ ਨੇ ਦੇਖਿਆ, ਭਾਜੀ ਬੋਡੀ ਬਹੁਤ ਸੋਹਣੀ ਬਣ ਗਈ, ਤੁਸੀਂ ਬੋਡੀ ਬਿਲਡਿੰਗ ਕਰ ਲਓ। ਚਲੋ ਉਹ ਮੈਂ 44 ਸਾਲ ਦੀ ਉਮਰ 'ਚ ਸ਼ੁਰੂਆਤ ਕੀਤੀ, ਅਤੇ ਮੈਂ 40+ ਦੇ ਵਿੱਚ 3 ਵਾਰ ਮਿਸਟਰ ਪੰਜਾਬ ਬਣਿਆ। ਅਤੇ 50+ ਦੇ ਵਿੱਚ ਫਿਰ ਮੈਂ 2 ਵਾਰ ਮਿਸਟਰ ਪੰਜਾਬ ਬਣਿਆ ਔਰ 1 ਵਾਰ ਨਾਰਥ ਇੰਡੀਆ ਬਣਿਆ। ਬਾਕੀ ਮੈਂ 46 ਸਾਲ ਦੀ ਉਮਰ 'ਚ 20-25 ਸਾਲ ਦੇ ਮੁੰਡਿਆਂ 'ਚ ਵੀ ਫਸਟ ਸੈਕਿੰਡ ਆਉਂਦਾ ਰਿਹਾ। ਅਤੇ ਹੌਲੀ ਹੌਲੀ ਚੱਲਦੇ ਫਿਰ ਮੈਂ ਏਸ਼ੀਆ ਲੈਵਲ 'ਤੇ ਆਪਣੇ ਟਰਾਇਲ ਦਿੱਤੇ, ਉਹ 'ਚੋਂ ਮੈਂ ਪਾਸ ਹੋ ਗਿਆ। 2018 ਦੇ ਵਿੱਚ ਮੇਰੀ 6ਵੀਂ ਪਲੇਸ ਆਈ। 2019 ਦੇ ਵਿੱਚ ਮੈਂ ਬ੍ਰੌਂਜ਼ ਮੈਡਲ ਲਿਆ ਏਸ਼ੀਆ ਦੇ ਵਿੱਚੋਂ। ਮੇਰਾ ਸੁਪਨਾ ਸੀ ਕਿ ਮੈਂ ਦੇਸ਼ ਦਾ ਝੰਡਾ ਲਹਿਰਾਵਾਂ, ਅਤੇ ਉੱਥੇ ਮੈਨੂੰ ਬ੍ਰੌਂਜ਼ ਮੈਡਲ ਲਿਆ, 3ਜੀ ਪਲੇਸ ਆਈ। ਉੱਥੋਂ ਹੀ ਮੇਰੀ ਸਿਲੈਕਸ਼ਨ ਹੋ ਗਈ ਵਰਲਡ ਦੀ, ਜੋ ਯੂਕਰੇਨ ਹੋਣਾ ਸੀਗਾ 1 ਹਫ਼ਤੇ ਬਾਅਦ।
ਤੇ ਮੈਨੂੰ ਮੇਰੇ NRI ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਜਦੋਂ ਮੈਂ ਇੰਟਰਵਿਊ ਦਿੱਤੀ, ਤੇ ਉਹਨਾਂ ਨੇ ਮੈਨੂੰ ਅਲੱਗ-ਅਲੱਗ ਜਗ੍ਹਾ ਤੋਂ ਸਪਾਂਸਰਿੰਗ ਕੀਤੀ, ਪੈਸੇ ਭੇਜੇ ਵੀ ਤੁਸੀਂ ਵਰਲਡ ਖੇਡਣ ਜਾਓ। ਤੇ ਮੈਂ ਯੂਕਰੇਨ ਵਰਲਡ ਖੇਡਣ ਗਿਆ। ਉੱਥੇ ਇੱਕ 7 ਤਰੀਕ ਨੂੰ ਦਸੰਬਰ 19 ਨੂੰ ਵਰਲਡ ਸੀਗਾ, ਇੱਕ 8 ਨੂੰ ਸੀ। ਮੈਂ ਪਹਿਲੇ ਦਿਨ ਵੀ 골ਡ ਮੈਡਲ ਲਿਆ ਔਰ ਦੂਜੇ ਦਿਨ ਵੀ 골ਡ ਮੈਡਲ ਲਿਆ। ਤੇ ਉਹਦੇ ਵਿੱਚ ਮੈਨੂੰ ਇੱਕ ਮੇਰੇ ਸਰ ਇੱਥੇ ਚਰਨਜੀਤ ਸਰ ਨੇ, ਤੇ ਉਹ ਹਰਬਲ ਦਾ ਉਹ ਕਰਦੇ ਨੇ, ਉਹਨਾਂ ਦਾ ਜਿਮ ਆ ਆਪਣਾ, ਉਹ ਵੀ ਫਿਜ਼ਿਕ ਬਹੁਤ ਫਿੱਟ ਨੇ, ਬਹੁਤ ਵਧੀਆ ਕੋਚ ਨੇ। ਤੇ ਉਹਨਾਂ ਨਾਲ ਮੇਲ ਮੇਰਾ ਹੋਇਆ ਸੀਗਾ, ਮੇਰੇ ਉਸਤਾਦ ਜੀ ਨੇ ਕਰਾਇਆ ਸੀਗਾ। ਤੇ ਉਹਨਾਂ ਨੇ ਫਿਰ ਮੈਨੂੰ ਡਾਈਟ ਦੀ ਸਪਾਂਸਰਿੰਗ ਵੀ ਦਿੱਤੀ ਸੀਗੀ, ਮੇਰੀ ਬਹੁਤ ਸਪੋਰਟ ਕੀਤੀ ਉਹਨਾਂ ਨੇ। ਤੇ ਏਸ਼ੀਆ ਲੈਵਲ ਦਾ ਜਿਹੜਾ ਕੰਪੀਟੀਸ਼ਨ ਆ ਸਾਰਾ ਹੀ ਮੈਂ ਉਹਨਾਂ ਵੱਲੋਂ ਖੇਡਿਆ ਸੀਗਾ। ਤੇ ਫਿਰ ਮੈਨੂੰ ਵਰਲਡ 'ਚ ਵੀ ਬਹੁਤ ਸਪੋਰਟ ਕੀਤੀ ਔਰ ਮੈਂ 2 골ਡ ਮੈਡਲ ਲਏ। ਔਰ ਸਭ ਤੋਂ ਵੱਡੀ ਗੱਲ, ਮੈਂ ਦੇਸ਼ ਦਾ, ਇਸ ਇੰਡੀਆ ਦਾ ਝੰਡਾ ਲਹਿਰਾਇਆ। ਮੈਨੂੰ ਬਹੁਤ ਮਾਣ ਹੋਇਆ ਸੀ ਕਿ ਮੈਂ ਇੱਕ ਇੰਡੀਆ ਦਾ ਰਹਿਣ ਵਾਲਾ। ਔਰ ਗੋਰਿਆਂ ਦੇ ਵਿੱਚ ਵੀ ਸੌਰੀ ਮੈਂ ਅੱਜ ਪੱਗ ਨਹੀਂ ਬੰਨ੍ਹੀ ਜਲਦੀ 'ਚ, ਮੈਂ ਪੱਗ ਬੰਨ੍ਹ ਕੇ ਉੱਥੇ ਜਕਾਰੇ ਛੱਡੇ ਔਰ ਦੱਸਿਆ ਵੀ ਇੱਕ ਪੰਜਾਬੀ ਕਿੱਥੇ ਤੱਕ ਪਹੁੰਚ ਸਕਦਾ। ਔਰ ਗੋਰੇ ਵੀ ਬੱਲੇ ਬੱਲੇ ਕਰਨ ਲੱਗ ਗਏ ਸੀ ਉੱਥੇ। ਉਹ ਮੈਨੂੰ ਇੰਨੀ ਖੁਸ਼ੀ ਹੋਈ ਸੀ ਕਿ ਮੈਂ ਇੱਕ ਇੰਡੀਆ ਦਾ ਰਹਿਣ ਵਾਲਾ ਔਰ ਇੰਡੀਆ ਦਾ ਨਾਂ ਆਪਣਾ ਵਰਲਡ ਦੇ ਵਿੱਚ ਰੋਸ਼ਨ ਕੀਤਾ। ਅੱਜ ਮੇਰਾ ਅੰਦਰੋਂ ਦਿਲ ਰੋਂਦਾ ਕਿ ਉਸੇ ਇੰਡੀਆ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਮਹਾਮਾਰੀ ਦੀ ਬਦੌਲਤ ਲਾ ਲਓ ਜਾਂ ਕੁਛ ਵੀ ਕਰ ਲਓ, ਤੇ ਸਰਕਾਰਾਂ ਦੇ ਬੇਰੁਖੀ ਲਾ ਲਓ। ਬੇਰੁਖੀ ਮੈਂ ਇਹ ਕਹੂੰਗਾ ਕਿ ਅਸੀਂ ਲੋਕਡਾਊਨ ਦੇ ਵਿੱਚ ਸਾਥ ਦੇ ਰਹੇ ਹਾਂ ਉਹਨਾਂ ਦਾ। ਜੇਕਰ ਉਹਨਾਂ ਨੇ ਜਿੰਮ ਬੰਦ ਕਿਹਾ, ਅਸੀਂ ਬੰਦ ਕਰ ਰਹੇ ਹਾਂ। ਲੇਕਿਨ ਉਹਨਾਂ ਨੂੰ ਜੋ ਮੋਦੀ ਸਾਹਿਬ ਨੇ 20 ਲੱਖ ਕਰੋੜ ਦਾ ਪੈਕੇਜ ਦਿੱਤਾ, ਉਹ ਸਾਡੀ ਪਬਲਿਕ ਲਈ ਦਿੱਤਾ। ਸਾਨੂੰ ਘੱਟੋ ਘੱਟ ਮਾਲੀ ਸਹਾਇਤਾ ਹੀ ਦਿੱਤੀ ਜਾਵੇ। ਅਸੀਂ ਆਪਣੀ ਡਾਈਟ ਜੋਗੇ ਸਾਨੂੰ ਪੈਸੇ ਦੇਵੇ ਸਰਕਾਰ। ਸਾਨੂੰ ਉਸ ਇੰਡੀਆ ਦਾ ਝੰਡਾ ਲਹਿਰਾਇਆ ਜਿਹਦਾ ਮੈਂ ਉਸ ਇੰਡੀਆ ਦੇ ਵਿੱਚ ਰਹਿੰਦਿਆਂ ਹੋਇਆ ਵੀ ਮੈਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ। ਤੁਸੀਂ ਕਿਹਾ ਵੀ ਮੇਰੀ ਨਾ ਤਾਂ ਕਿਸੇ ਨੁਮਾਇੰਦੇ ਨੇ ਆ ਕੇ ਬਾਂਹ ਫੜੀ ਆ, ਨਾ ਸਰਕਾਰ ਦੇ ਨੁਮਾਇੰਦੇ ਨੇ, ਨਾ ਪ੍ਰਸ਼ਾਸਨ ਦੇ ਨੁਮਾਇੰਦੇ ਨੇ। ਇੱਕ ਪਾਸੇ ਜਿੰਮਾਂ ਵਾਲੇ ਵੀ ਸੜਕਾਂ ਤੇ ਉਤਰ ਰਹੇ ਆ। ਤੁਹਾਡੀ ਹੋਰ ਕਿਸੇ ਨਾਲ ਵੀ ਗੱਲ ਹੋਈ? ਤੁਸੀਂ ਹੋਰ ਜਿੰਮਾਂ ਵਾਲਿਆਂ ਨਾਲ ਵੀ ਵਰਤਦੇ ਹੋਵੋਗੇ, ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਵੀ ਅੱਗੇ ਆਪਾਂ ਨੂੰ ਸਰਕਾਰ ਦੇ ਖਿਲਾਫ ਕੋਈ ਮੋਰਚਾ ਵੱਢਣਾ ਚਾਹੀਦਾ ਜਾਂ ਇਦਾਂ ਦੀ ਕੋਈ ਹੈਗਾ ਪਲਾਨ? ਬਿਲਕੁਲ ਜੀ, ਚੱਲ ਰਹੇ ਆ। ਮੈਂ ਆਪਣੇ ਪੰਜਾਬ ਜਿਮ ਵੈਲਫੇਅਰ ਐਸੋਸੀਏਸ਼ਨ ਆ ਸਾਡੀ, ਰਜਿਸਟਰਡ ਹੋ ਰਹੀ ਆ। ਤੇ ਇੱਕ ਹੈਗੀ ਜਿਮ ਏਕਤਾ ਵੈਲਫੇਅਰ ਐਸੋਸੀਏਸ਼ਨ ਸਾਡੀ ਡਿਸਟ੍ਰਿਕਟ ਲੁਧਿਆਣੇ ਦੀ, ਮੈਂ ਉਹਦਾ ਵਾਈਸ ਪ੍ਰੈਜ਼ੀਡੈਂਟ ਹਾਂ। ਅਸੀਂ ਪ੍ਰੋਟੈਸਟ ਕਰਦੇ ਹੀ ਰਹਿੰਦੇ ਹਾਂ ਹਰ ਜਗ੍ਹਾ। ਅਸੀਂ ਬਹੁਤ ਕੋਸ਼ਿਸ਼ਾਂ ਕਰ ਚੁੱਕੇ ਹਾਂ। ਅਸੀਂ MLA ਸਾਹਿਬ ਨੂੰ ਵੀ ਮਿਲ ਚੁੱਕੇ ਹਾਂ, ਅਸੀਂ ਬਾਦਲ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਸਾਡੇ ਨੁਮਾਇੰਦਿਆਂ ਨੇ। ਤੇ ਬਾਕੀ ਅਸੀਂ ਕੈਪਟਨ ਸਾਹਿਬ ਨੂੰ ਵੀ ਅਸੀਂ ਲਾਈਵ ਜਦੋਂ ਹੁੰਦੇ ਆ ਉਹਨਾਂ ਨੂੰ ਕਮੈਂਟ ਕਰਦੇ ਰਹਿੰਦੇ ਹਾਂ। ਉਹ ਖੁਦ ਕੈਪਟਨ ਸਾਹਿਬ ਕਹਿ ਚੁੱਕੇ ਆ ਵੀ ਮੈਨੂੰ ਜਿਮ ਵਾਲਿਆਂ ਦੇ 1700 ਕਮੈਂਟ ਆ ਚੁੱਕੇ ਆ, ਜੋ ਕਿ ਅਸੀਂ ਸਾਰੇ ਉਹੀ ਕਰਦੇ ਹਾਂ ਵੀ ਸਾਡੇ ਜਿਮ ਖੋਲ੍ਹੋ, ਸਾਡੀ ਗੱਲ ਸੁਣੋ। ਲੇਕਿਨ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਜਿਮ 'ਚੋਂ ਕੋਈ ਮਸ਼ੀਨ ਚੱਕ ਕੇ ਬਾਹਰ ਲੈ ਜਾਓ, ਬਾਹਰ ਜਾ ਕੇ ਖੇਤਾਂ 'ਚ ਜਾ ਕੇ ਤੁਸੀਂ ਆਪਦੀ ਐਕਸਰਸਾਈਜ਼ ਕਰੋ। ਵੀ ਜਿਮ ਦੇ ਵਿੱਚ ਕਰੋਨਾ ਫੈਲਦਾ ਤੇ ਇੱਥੇ ਪਸੀਨਾ ਡਿੱਗਦਾ, ਇੱਥੇ ਮੁੰਡਿਆਂ ਦਾ ਥੁੱਕ ਡਿੱਗਦਾ। ਲੇਕਿਨ ਜਿਹੜੀ ਥੁੱਕ ਵਾਲੀ ਗੱਲ ਉਹਨਾਂ ਨੇ ਕਹੀ ਮੈਨੂੰ ਉਹ ਨਹੀਂ ਚੰਗੀ ਲੱਗੀ, ਕਿਉਂਕਿ ਅਸੀਂ ਇੱਥੇ ਸਾਡੇ ਜਿਮ ਦੀ ਸਫਾਈ ਦੇਖ ਲਓ। ਜਿੰਨੇ ਮੁੰਡੇ ਆਉਂਦੇ ਆ ਇੱਥੇ ਮਸ਼ੀਨਾਂ ਨੂੰ ਹੱਥ ਲਾ ਕੇ ਮੱਥਾ ਟੇਕਦੇ ਆ। ਤੁਸੀਂ ਸੋਚ ਸਕਦੇ ਹੋ ਕਿ ਵੀ ਇੱਥੇ ਥੁੱਕਣਗੇ ਉਹ ਗੱਲ ਚੰਗੀ ਨਹੀਂ। ਉਹਨਾਂ ਨੂੰ ਕਿਸੇ ਦੀ ਸਾਡੇ ਜਿਮ ਵਾਲਿਆਂ ਦੇ ਨੁਮਾਇੰਦਿਆਂ ਨੂੰ ਬਿਠਾ ਕੇ ਸਾਡੀ ਵੀ ਸਲਾਹ ਲੈਣੀ ਚਾਹੀਦੀ ਆ। ਉਹ ਸਿਰਫ ਇਕੱਲੇ ਡਾਕਟਰਾਂ ਦੀ ਸਲਾਹ ਲੈ ਰਹੇ ਨੇ, ਜਿਨ੍ਹਾਂ ਦਾ ਵਿਸ਼ਾ ਮਸਲਾ ਇਹ ਜਿਮ ਵਾਲਿਆਂ ਦਾ। ਸਾਡੇ ਨੁਮਾਇੰਦਿਆਂ ਨੂੰ ਬਿਠਾਉਣ। ਸਾਡੇ ਮਾਨਯੋਗ ਪ੍ਰੇਮ ਚੰਦ ਡੋਗਰਾ ਜੀ ਵਰਲਡ ਚੈਂਪੀਅਨ ਨੇ, ਸਾਡੇ ਉਹ ਚੇਅਰਮੈਨ ਨੇ ਇਸ ਯੂਨੀਅਨ ਦੇ। ਤੇ ਸਾਡੇ ਯੋਗਰਾਜ ਜੀ ਜਿਹੜੇ ਯੁਵਰਾਜ ਕ੍ਰਿਕਟ ਵਾਲੇ ਦੇ ਫਾਦਰ ਸਾਹਿਬ ਨੇ, ਉਹ ਸਾਡੇ ਡਾਇਰੈਕਟਰ ਨੇ। ਸਾਡੇ ਹੋਰ ਵੀ ਪ੍ਰੈਜ਼ੀਡੈਂਟ ਨੇ। ਸਾਡੇ ਨੁਮਾਇੰਦਿਆਂ ਨੂੰ ਬੁਲਾਉਣ, ਇੱਕ ਮੀਟਿੰਗ ਕਰਾਉਣ, ਉੱਧਰੋਂ ਡਾਕਟਰਾਂ ਨੂੰ ਬੁਲਾਉਣ, ਸਾਡੀਆਂ ਮੰਗਾਂ ਪੁੱਛਣ। ਹਾਂ, ਜੇਕਰ ਉੱਥੇ ਲੱਗੇ ਵੀ ਸਾਡੀਆਂ ਮੰਗਾਂ ਗਲਤ ਨੇ, ਅਸੀਂ ਆਪਣੇ ਪੇਟ ਲਈ ਗਲਤ ਮੰਗ ਰਹੇ ਹਾਂ, ਤਾਂ ਉੱਥੇ ਉਹਦਾ ਫੈਸਲਾ ਕਰ ਲੈਣ। ਸਾਡੇ ਪ੍ਰੋਟੈਸਟ ਉੱਥੇ ਹੀ ਖਤਮ ਹੋ ਜਾਣਗੇ। ਸਾਨੂੰ ਤਰੀਕੇ ਨਾਲ ਬਿਠਾ ਕੇ ਗੱਲ ਕਰਾਉਣ। ਜੇਕਰ ਪਿਆਰ ਨਾਲ ਗੱਲ ਨਿਬੜ ਜਾਵੇ, ਸਾਨੂੰ ਰੋਡਾਂ 'ਤੇ ਆਉਣ ਦੀ ਲੋੜ ਹੀ ਨਹੀਂ ਕੋਈ। ਅਸੀਂ ਜਾਇਜ਼ ਮੰਗਾਂ ਮੰਗ ਰਹੇ ਨੇ, ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣ। ਉਹ ਇਹ ਦੇਖ ਰਹੇ ਨੇ ਵੀ ਤੁਸੀਂ ਕਸਰਤ ਕਰਨ ਨੂੰ ਕਹਿ ਰਹੇ ਆ, ਉਹ ਜਿਮ ਵਾਲਿਆਂ ਵੱਲ ਨਹੀਂ ਦੇਖ ਰਹੇ ਵੀ ਇਹਨਾਂ ਨੂੰ ਵੀ ਕੁਛ ਖਾਣ ਨੂੰ ਵੀ ਚਾਹੀਦਾ ਕੁਛ। ਅਵਤਾਰ ਜੀ, ਜਿਮ ਵਾਲਿਆਂ ਦੀ ਰੋਜੀ ਰੋਟੀ ਦਾ ਸਵਾਲ ਆ। ਇੱਕ ਪਾਸੇ ਤੁਸੀਂ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਵੀ ਹੋ, ਤੁਸੀਂ ਪ੍ਰੂਫ ਵੀ ਕੀਤਾਗਾ, ਲੋਕਾਂ ਨੂੰ ਵੀ ਪ੍ਰੂਫ ਕੀਤਾਗਾ, ਸਰਕਾਰ ਲਈ ਵੀ ਤੁਸੀਂ ਬੜਾ ਕੁਝ ਕੀਤਾਗਾ ਤੇ ਆਪਦੀ ਦੇਸ਼ ਲਈ ਵੀ ਕੀਤਾਗਾ, ਜੋ ਤੁਹਾਡਾ ਇੱਕ ਖਿਡਾਰੀ ਦਾ ਕਰਨਾ ਬਣਦਾ ਵੀ ਹੈ। ਕਿਤੇ ਨਾ ਕਿਤੇ ਪਛਤਾਵਾ ਨਹੀਂ ਹੋ ਰਿਹਾ ਵੀ ਮੈਂ ਜੇ ਕਿਤੇ ਬਾਹਰ ਜੰਮਿਆ ਹੁੰਦਾ ਤਾਂ ਬਾਹਰ ਇਹ ਜਿਹੀ ਪ੍ਰੋਬਲਮ ਮੈਨੂੰ ਨਹੀਂ ਆਉਣੀ ਸੀ?
ਦੇਖੋ ਜੀ, ਮੇਰੀ ਅੰਦਰੋਂ ਦਿਲ ਤਾਂ ਕਹਿ ਰਿਹਾ, ਲੇਕਿਨ ਮੈਂ ਇੱਕ ਇੰਡੀਅਨ ਆ, ਇਸ ਦੇਸ਼ ਦਾ ਵਾਸੀ ਆ। ਮੈਂ ਇਸ ਦੇਸ਼ ਲਈ ਗਦਾਰੀ ਨਹੀਂ ਕਰ ਸਕਦਾ। ਮੈਨੂੰ ਮਾਣ ਆ ਇਸ ਦੇਸ਼ ਦੇ ਵਿੱਚ ਪੈਦਾ ਹੋਣ ਦਾ। ਪਰ ਜੋ ਮੈਂ ਹਾਲਾਤ ਦੇਖ ਰਿਹਾ, ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਐਦੋਂ ਤਾਂ ਮੈਂ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਹੀ ਜੰਮਿਆ ਹੁੰਦਾ। ਉੱਥੇ ਮੇਰੀਆਂ ਸਰਕਾਰਾਂ ਕੋਈ ਸਾਰ ਤਾਂ ਲੈਂਦੀਆਂ। ਜਿੱਦਾਂ ਇੱਥੋਂ ਸਟੂਡੈਂਟ ਉੱਥੇ ਗਏ ਨੇ, ਉੱਥੇ ਜੌਬਾਂ ਕਰ ਰਹੇ ਨੇ। ਮੈਨੂੰ ਪਤਾ ਲੱਗਿਆ, ਇੱਕ ਸਾਡੇ ਮੁੰਡਾ ਆਇਆ, ਉਹ ਕਹਿੰਦਾ ਵੀ ਮੇਰੇ ਅਕਾਊਂਟ 'ਚ ਵੀ ਕੈਨੇਡਾ ਦੀ ਗੌਰਮੈਂਟ ਨੇ ਅਕਾਊਂਟ 'ਚ ਪੈਸੇ ਪਾਏ ਨੇ। ਇੱਕ ਉਸ ਦੇਸ਼ ਦਾ ਵਾਸੀ ਨਹੀਂ ਹੈ, ਉਹ ਸਾਡਾ ਇੰਡੀਅਨ ਆ। ਲੇਕਿਨ ਅਸੀਂ ਆਪਣੇ ਦੇਸ਼ ਦੇ ਵਾਸੀਆਂ ਦੇ ਜਾਂ ਆਪਣੇ ਪਲੇਅਰਾਂ ਦੇ, ਜਿਨ੍ਹਾਂ ਨੇ ਦੇਸ਼ ਦਾ ਨਾਂ ਚਮਕਾਇਆ, ਅਸੀਂ ਉਹਨਾਂ ਲਈ ਵੀ ਨਹੀਂ ਕੁਛ ਕਰ ਸਕਦੇ, ਸਾਡੀਆਂ ਸਰਕਾਰਾਂ। ਫਿਰ ਇਹ ਪੁਆਇੰਟ ਦੇਖ ਕੇ ਕਦੀ ਕਦੀ ਮਨ 'ਚ ਆਉਂਦਾ ਵੀ ਮੈਂ ਇਸ ਦੇਸ਼ 'ਚੋਂ ਜਾ ਕੇ ਕਿਤੇ ਹੋਰ ਦੇਸ਼ 'ਚ ਹੀ ਵੱਸ ਜਾਂ, ਜਿੱਥੇ ਮੇਰੀ ਕੋਈ ਕਦਰ ਤਾਂ ਕਰੇ। ਪਰ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੇ ਐਡੇ ਵਧੀਆ ਪਲੇਅਰ, ਮੈਂ ਆਪਣੇ ਆਪ ਨੂੰ ਵਧੀਆ ਤਾਂ ਨਹੀਂ ਮਾਣ ਨਹੀਂ ਕਰਦਾ, ਮੇਰੇ ਵਰਗੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਇਹ ਚੀਜ਼ਾਂ ਭਾਲਦੇ ਨੇ ਵੀ ਅਸੀਂ ਇਸ ਜਵਾਨੀ ਨੂੰ, ਇਸ ਪਲੇਅਰਾਂ ਨੂੰ ਬਚਾ ਕੇ ਰੱਖੀਏ। ਅਸੀਂ ਓਲੰਪਿਕ ਦੇ ਵਿੱਚ ਮੈਡਲਾਂ ਦੀ ਆਸ ਰੱਖਦੇ ਹਾਂ, ਅਸੀਂ ਹੋਰ ਵਰਲਡ ਲੈਵਲ ਦੀਆਂ ਗੇਮਾਂ 'ਚ ਮੈਡਲਾਂ ਦੀ ਆਸ ਰੱਖਦੇ ਹਾਂ। ਪਰ ਜਿਹੜੇ ਅਸੀਂ ਜਿੱਤ ਰਹੇ ਹਾਂ, ਘੱਟੋ ਘੱਟ ਉਹਨਾਂ ਦਾ ਤਾਂ ਮਾਣ ਸਨਮਾਨ ਕਰਨਾ ਚਾਹੀਦਾ ਨਾ, ਉਹਨਾਂ ਦਾ ਖਿਆਲ ਕਰਨਾ ਚਾਹੀਦਾ। ਠੀਕ ਆ, ਮਹਾਂਮਾਰੀ ਸਾਰਿਆਂ 'ਤੇ ਆਈ ਆ, ਅਸੀਂ ਗੌਰਮੈਂਟ ਦੇ ਨਾਲ ਚੱਲ ਰਹੇ ਹਾਂ, ਪਰ ਸਾਡੀ ਸੁਣਵਾਈ ਹੋਣੀ ਚਾਹੀਦੀ ਆ। ਸਾਡੇ ਹੱਕ ਸਾਨੂੰ ਦੇਣੇ ਚਾਹੀਦੇ ਆ। ਸਾਡੇ ਵੱਲੋਂ ਚਾਹੇ 1 ਸਾਲ ਜਿੰਮ ਬੰਦ ਕਰਨ ਨੂੰ ਕਹਿਣ, ਅਸੀਂ ਬੰਦ ਕਰ ਦਾਂਗੇ। ਸਾਡੇ ਜਿੰਮਾਂ ਦੇ ਜਿਹੜੇ ਕਿਰਾਏ ਪੈਂਦੇ ਆ, ਉਹ ਸਾਡੇ ਐਡਜਸਟ ਕਰਵਾਏ ਜਾਣ, ਜਾਂ ਉਹ ਸਾਨੂੰ ਉਹਨਾਂ 'ਚੋਂ ਪੈਕੇਜ 'ਚੋਂ ਦੇਣ, ਕਿਉਂਕਿ ਜਿਹੜੇ ਮਾਲਕ ਨੇ ਉਹਨਾਂ ਦੀ ਵੀ ਰੋਜੀ ਰੋਟੀ ਇਹਦੇ 'ਤੇ ਹੀ ਆ, ਉਹਨਾਂ ਨੂੰ ਵੀ ਲੋੜ ਆ। ਅਸੀਂ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ, ਤੇ ਗੌਰਮੈਂਟ ਪੈਕੇਜ ਦੇਵੇ, ਉਹਨਾਂ ਨੂੰ ਕਿਰਾਇਆ ਦੇਵੇ, ਔਰ ਸਾਨੂੰ ਸਾਡੀ ਡਾਈਟ ਦਾ, ਸਾਡੀ ਰੋਜੀ ਰੋਟੀ ਦਾ ਕੋਈ ਸਾਨੂੰ ਵੀ ਪੈਕੇਜ ਦੇਵੇ। ਅਸੀਂ ਹੁਣ ਰੋਡਾਂ 'ਤੇ ਜਾ ਕੇ ਕੋਈ ਸਬਜ਼ੀਆਂ ਤਾਂ ਵੇਚ ਨਹੀਂ ਸਕਦੇ, ਕੋਈ ਫੜੀਆਂ ਨਹੀਂ ਲਾ ਸਕਦੇ ਵੀ ਹਾਂ ਮੈਂ ਕੋਈ ਉੱਥੇ ਛੋਲੇ ਭਟੂਰੇ ਵੇਚਣ ਲੱਗ ਜਾਂ, ਕੀ ਕਹੂ ਵੀ ਇਹ ਇੰਟਰਨੈਸ਼ਨਲ ਪਲੇਅਰ ਇਹ ਕਰਦੇ ਨੇ। ਜੇ ਅਸੀਂ ਇੱਦਾਂ ਕਹਾਂਗੇ ਫਿਰ ਲੋਕੀ ਸਰਕਾਰਾਂ ਨੂੰ ਮਿਹਣੇ ਮਾਰਨਗੇ। ਜੀ ਅਵਤਾਰ ਜੀ, NRI ਬਹੁਤ ਨੇ, ਪੰਜਾਬ ਅੱਧੇ ਤੋਂ ਜ਼ਿਆਦਾ ਪੰਜਾਬ ਬਾਹਰ ਬੈਠਾ, ਕੈਨੇਡਾ ਨੂੰ ਦੂਸਰਾ ਪੰਜਾਬ ਕਿਹਾ ਜਾਂਦਾ ਹੈਗਾ। ਜਿਹੜੀ ਤੁਹਾਡੀ ਸਪਾਂਸਰਸ਼ਿਪ ਦੀ ਗੱਲ ਆ, ਕਿਸੇ NRI ਵੱਲੋਂ ਪਹਿਲ ਕਦਮੀ ਨਹੀਂ ਹੋਈ, ਕਿਸੇ ਨਾਲ ਹੋਇਆ ਤੁਹਾਡਾ ਰਾਬਤਾ? ਜਦੋਂ ਮੈਂ ਵਰਲਡ ਖੇਡਣ ਗਿਆ ਸੀ, ਉਦੋਂ ਮੈਨੂੰ ਵਰਲਡ ਦਾ ਜੋ ਖਰਚਾ ਆਇਆ ਸੀ ਮੇਰਾ 2 ਲੱਖ ਦੇ ਕਰੀਬ, ਉਹ ਮੇਰੇ NRI ਭਰਾਵਾਂ ਨੇ। ਮੈਂ ਪਹਿਲਾਂ ਟਰੱਕ ਵੀ ਚਲਾਏ ਨੇ, ਮੇਰੇ ਆਪਣੇ 2 ਟਰੱਕ ਸੀਗੇ। ਉਦੋਂ ਮੇਰੇ ਟਰੱਕ ਡਰਾਈਵਰਾਂ ਨੇ ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੁਛ ਮੇਰੇ ਹੋਰ ਵੀ ਭਰਾਵਾਂ ਨੇ ਮੈਨੂੰ ਥੋੜ੍ਹੇ ਕਰਕੇ ਮੈਨੂੰ, ਮਤਲਬ ਇੱਕ ਸਾਡੇ ਬਲਜਿੰਦਰ ਸਿੰਘ ਜਿੰਦੂ ਜੋ ਅੱਜ ਕੱਲ੍ਹ ਬਹੁਤ ਵਧੀਆ ਕੰਮ ਕਰ ਰਹੇ ਨੇ ਦਵਾਈਆਂ ਦੇ ਉੱਤੇ, ਇਹ ਮੇਰੀ ਸੋਚ ਆ ਕਿ ਵਧੀਆ ਕਰ ਰਹੇ ਨੇ। ਇਹ ਨਹੀਂ ਪਤਾ ਚੰਗਾ ਜਾਂ ਮਾੜਾ, ਉਹ ਤਾਂ ਲੋਕਾਂ ਨੇ ਫੈਸਲਾ ਕਰਨਾ, ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਸਾਨੂੰ ਸਸਤੀ ਦਵਾਈ ਮਿਲੇ। ਲੇਕਿਨ ਉਹਨਾਂ ਨੇ ਪਹਿਲ ਕੀਤੀ ਸੀ, ਮੈਨੂੰ ਆਪਣੇ ਚੈਨਲ 'ਤੇ ਲਾਈਵ ਕਰਕੇ ਮੇਰੇ ਲਈ ਹੈਲਪ ਕੀਤੀ। ਮੈਨੂੰ ਤਕਰੀਬਨ 1.5 ਲੱਖ ਦੇ ਕਰੀਬ ਉਹਨਾਂ ਨੇ ਹੀ ਮੈਨੂੰ ਸਪਾਂਸਰ ਕਰਾਈ ਸੀ, ਜੋ NRIਆਂ ਤੋਂ ਕਰਾਈ ਸੀਗੀ। ਅਤੇ ਐਦਾਂ ਹੀ ਮੈਨੂੰ ਹੁਣ ਮਤਲਬ ਮੇਰਾ ਇੰਨਾ ਦਿਲ ਟੁੱਟ ਚੁੱਕਿਆ, ਕਿਉਂਕਿ ਮੈਂ ਵਰਲਡ ਖੇਡਣ ਜਾਣਾ ਸੀ, ਮੇਰੀ ਸਿਲੈਕਸ਼ਨ ਹੋਣੀ ਸੀ, ਮੈਂ ਵਰਲਡ ਖੇਡਦਾ, ਉੱਥੋਂ ਹੀ ਮੇਰੀ ਸ਼ਾਇਦ ਓਲੰਪੀਆ ਲਈ ਵੀ ਸਿਲੈਕਸ਼ਨ ਹੋ ਜਾਣੀ ਸੀ। ਉਹ ਇੱਕ ਬਹੁਤ ਵੱਡਾ ਸੁਪਨਾ ਹੁੰਦਾ, ਕੋਈ ਜਾਂਦਾ ਓਲੰਪੀਆ ਤੱਕ ਪਹੁੰਚਦਾ। ਮੈਨੂੰ ਉਮੀਦ ਸੀ ਕਿ ਮੈਨੂੰ ਮਾਣ ਸੀ ਮੈਂ ਕਰ ਸਕਦਾ, ਮੇਰੇ 'ਚ ਹਜੇ ਵੀ ਜੋਸ਼ ਹੈਗਾ, ਮੈਂ ਉੱਥੇ ਪਹੁੰਚ ਸਕਦਾ। ਆਸ ਤਾਂ ਹਰ ਕੋਈ ਰੱਖਦਾ, ਲੇਕਿਨ ਹੁਣ ਮੈਨੂੰ ਲੱਗਦਾ ਕਿ ਮੈਂ ਜਿਵੇਂ ਕਹਿੰਦਾ ਸੀ ਮੈਂ 80 ਸਾਲ ਦੀ ਉਮਰ ਤੱਕ ਬੋਡੀ ਬਿਲਡਿੰਗ ਕਰੂੰਗਾ। ਇਸ ਟਾਈਮ ਮੈਂ ਟੁੱਟ ਚੁੱਕਿਆ, ਫਾਈਨੈਂਸ਼ਲੀ ਟੁੱਟ ਚੁੱਕਿਆ। ਮੇਰੇ ਕੋਲੇ ਆਪਣਾ ਪਰਿਵਾਰ ਚਲਾਉਣ ਲਈ ਵੀ ਔਖਾ ਹੋਇਆ ਪਿਆ। ਮੈਂ ਕਿਸੇ ਤੋਂ ਮੰਗ ਨਹੀਂ ਸਕਦਾ ਪੈਸੇ, ਉਹ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ। ਇੱਕ ਸਰਦਾਰ ਪੰਜਾਬੀ ਨਹੀਂ ਮੰਗਦੇ ਹੁੰਦੇ, ਮੈਂ ਸਿਰਫ ਕਮਾ ਕੇ ਖਾਣੇ ਚਾਹੁੰਦਾ। ਕਿ ਫਿਰ ਜਿਹੜੀ ਗੇਮ ਆ ਉਹ ਸਪਾਂਸਰਾਂ ਦੇ ਸਿਰ 'ਤੇ ਆ। ਕਮਾ ਵੀ ਕਿੰਨਾ ਲਵਾਂਗੇ, ਲੇਕਿਨ ਆਪਣੀ ਡਾਈਟ 20-25 ਹਜ਼ਾਰ ਰੁਪਇਆ ਡਾਈਟ ਮਹੀਨੇ ਦੀ। ਜਦੋਂ ਕੰਪੀਟੀਸ਼ਨ ਹੁੰਦੇ ਆ ਉਦੋਂ 35 ਤੋਂ 50 ਹਜ਼ਾਰ ਤੱਕ ਖਰਚਾ ਮਹੀਨੇ ਦਾ ਆ ਜਾਂਦਾ ਵਰਲਡ ਲੈਵਲ ਦੇ, ਅਤੇ ਉਹ ਤਾਂ ਫਿਰ ਸਪਾਂਸਰ ਹੀ ਕਰਦੇ ਆ। ਹਾਂ, ਜੇਕਰ ਮੈਨੂੰ ਕੋਈ NRI ਭਰਾ, ਕੋਈ ਸਪਾਂਸਰ ਮੈਨੂੰ ਸਪਾਂਸਰ ਕਰਨਗੇ ਤਾਂ ਮੈਂ ਇਹ ਵਰਲਡ ਰਿਕਾਰਡ ਬਣਾਇਆ, ਇਹੋ ਜਿਹੇ ਕਈ ਰਿਕਾਰਡ ਹੋਰ ਬਣਾ ਸਕਦਾ। ਅਜੇ ਤਾਂ ਮੇਰੇ 'ਤੇ ਜਵਾਨੀ ਚੜ੍ਹੀ ਆ, ਲੋਕੀ ਮੈਨੂੰ ਬੁੱਢਾ ਜੋ ਮਰਜ਼ੀ ਕਹੀ ਜਾਣ, ਮੈਂ ਆਪਣੇ ਆਪ ਨੂੰ ਬੁੱਢਾ ਕਦੇ ਨਹੀਂ ਮਹਿਸੂਸ ਕਰਦਾ। ਅਤੇ ਮੈਂ ਤਾਂ ਹਜੇ ਹੋਰ ਇੰਨੇ ਕੁ ਰਿਕਾਰਡ ਬਣਾਉਣੇ ਚਾਹੁੰਦਾ। ਇਹੀ ਜੇ ਸਪਾਂਸਰਿੰਗ ਮੈਨੂੰ 10 ਸਾਲ ਪਹਿਲਾਂ ਮਿਲੀ ਹੁੰਦੀ ਤਾਂ ਇਹੀ ਜੋ ਮੈਂ ਵਰਲਡ 'ਚ ਗੋਲਡ ਮੈਡਲ ਲਿਆਂਦਾ, ਮੈਂ 10 ਸਾਲ ਪਹਿਲਾਂ ਵੀ ਲਿਆ ਕੇ ਦਿਖਾ ਦੇਣਾ ਸੀ। ਅਵਤਾਰ ਜੀ, ਆਪਾਂ ਅੱਜ ਕੱਲ੍ਹ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ, ਖਾਸ ਕਰਕੇ ਪੰਜਾਬ ਦੇ ਵਿੱਚ ਜਿੰਮ ਦਾ ਬੜਾ ਕਰੇਜ਼ ਆ। ਮੁੰਡੇ ਐਕਸਰਸਾਈਜ਼ ਵੀ ਕਰਦੇ ਆ, ਆਪਦੇ ਆਪ ਨੂੰ ਫਿੱਟ ਵੀ ਰੱਖਦੇ ਆ, ਕੋਈ ਮਾਡਲਿੰਗ 'ਚ ਜਾਂਦਾ ਗਾ, ਕੋਈ ਵੱਖੋ-ਵੱਖ ਖੇਤਰਾਂ ਦੇ ਵਿੱਚ ਜਾਂਦੇ ਆ। ਤੁਸੀਂ ਸੀਨੀਅਰ ਖਿਡਾਰੀ ਵੀ ਹੋ, ਫਿਰ ਤੁਹਾਡੇ ਨਾਲ ਇਦਾਂ ਦਾ ਹੁਣ ਸਲੂਕ ਹੋ ਰਿਹਾ, ਤੁਹਾਡੀ ਕੋਈ ਬਾਂਹ ਨਹੀਂ ਫੜ ਰਿਹਾ, ਅਤੇ ਆਉਣ ਵਾਲੇ ਜਿਹੜੇ ਬੱਚੇ ਆ ਜਾਂ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਹੁਣ ਜਿੰਮ ਕਰਦੇ ਆ, ਉਹਨਾਂ ਨੂੰ ਕਿਹੋ ਜਿਹਾ ਸੰਦੇਸ਼ ਜਾ ਰਿਹਾ ਹੈਗਾ?
ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ, ਹਰ ਇੱਕ ਦੀ ਆਪੋ ਆਪਣੀ ਸੋਚ ਹੋਊਗੀ। ਇਹ ਤਾਂ ਹੁਣ ਸਾਡੇ ਲੋਕਾਂ ਨੂੰ, ਸਾਡੀ ਸਰਕਾਰ ਨੂੰ ਜਾਂ ਸੋਚਣਾ ਚਾਹੀਦਾ, ਲੇਕਿਨ ਸਾਡੀ ਸਰਕਾਰ ਕੁਝ ਨਹੀਂ ਸੋਚਦੀ ਸਾਡੇ ਬਾਰੇ। ਸਾਡੀ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਆ, ਔਰ ਸਾਡੇ MLA MP ਜੋ ਸਾਡੇ ਏਰੀਏ ਦੇ ਨੇ, ਜਦੋਂ ਵੋਟਾਂ ਦੀ ਲੋੜ ਹੁੰਦੀ ਆ ਸਾਡੇ ਦਰਾਂ ਮੂਹਰੇ ਖੜੇ ਹੁੰਦੇ ਆ ਹੱਥ ਜੋੜ ਕੇ। ਅੱਜ ਅਸੀਂ ਉਹਨਾਂ ਦੇ ਵੋਟਰ ਆ, ਉਹੀ ਆ ਜਿਨ੍ਹਾਂ ਨੇ ਜਿਤਾਇਆ ਉਹਨਾਂ ਨੂੰ ਜਦੋਂ ਗੌਰਮੈਂਟ ਫੰਡ ਦੇ ਰਹੀ ਆ, ਉਹਨਾਂ ਫੰਡਾਂ 'ਚੋਂ ਹੀ ਸਾਨੂੰ ਕੁਝ ਪੈਕੇਜ ਦੇਣੇ ਚਾਹੀਦੇ ਆ। ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ ਆਉਂਦੇ ਆ ਜਾਂ ਨੈਸ਼ਨਲ ਖੇਡਦੇ ਆ, ਉਹਨਾਂ ਪਲੇਅਰਾਂ ਦੀ ਹੈਲਪ ਕਰਨੀ ਚਾਹੀਦੀ ਆ। ਅਤੇ ਇੰਨਾ ਲੱਖਾਂ ਰੁਪਏ ਉਹ ਆਪਣੇ ਜਹਾਜ਼ਾਂ ਦੇ ਖਰਚਿਆਂ 'ਤੇ ਕਰ ਦਿੰਦੇ ਆ, ਯਾਤਰਾ 'ਤੇ ਖਰਚਾ ਕਰ ਦਿੰਦੇ ਆ। ਉਹਨਾਂ ਨੂੰ ਇੱਕ ਟੈਲੀਫੋਨ ਦੇ ਹੀ ਹਜ਼ਾਰਾਂ ਰੁਪਏ ਮਹੀਨੇ ਦੇ ਮੈਨੂੰ ਲੱਗਦਾ ਪੈਕੇਜ ਮਿਲਦੇ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਉਹਨਾਂ ਨੂੰ ਫੰਡ ਮਿਲਦੇ ਆ। ਉਹ ਕਰ ਸਕਦੇ ਆ, ਉਹ ਕਿਉਂ ਨਹੀਂ ਕਰਦੇ ਹੁਣ ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਨੂੰ ਕਰਨਾ ਚਾਹੀਦਾ। ਜੇ ਉਹ ਕਰਨਗੇ ਤਾਂ ਸਾਡੀ ਪੰਜਾਬ ਦੀ ਜਵਾਨੀ ਬਚੂਗੀ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਧੋ ਵੱਧ ਪੰਜਾਬ ਤਾਂ ਕੈਨੇਡਾ ਨਿਕਲ ਗਿਆ, ਕੋਈ ਆਸਟ੍ਰੇਲੀਆ ਨਿਕਲ ਗਿਆ, ਐਦਾਂ ਹੀ ਹੋਰ ਇੱਥੋਂ ਚਲੇ ਜਾਣਗੇ ਜੇ ਇਹੀ ਹਾਲ ਲਊਗਾ। ਜੀ ਅਵਤਾਰ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਐਡੀ ਦੂਰੋਂ ਚੱਲ ਕੇ ਆਏ। ਤੁਹਾਡਾ ਵੀ, ਮੇਰੇ ਸਰੋਤਿਆਂ ਦਾ ਵੀ, ਸਾਰਿਆਂ ਦਾ ਧੰਨਵਾਦ। ਔਰ ਸਾਰੇ ਸਰੋਤਿਆਂ ਦਾ ਪਿਆਰ ਮਿਲਦਾ ਰਹੂਗਾ ਤਾਂ ਮੈਂ ਅੱਗੇ ਵੱਧਦਾ ਰਹੂੰਗਾ। ਅੱਜ ਮੈਨੂੰ ਥੋੜ੍ਹਾ ਹੌਸਲਾ ਹੋ ਗਿਆ ਕਿ ਸ਼ਾਇਦ ਮੈਨੂੰ ਚਾਹੁਣ ਵਾਲੇ ਮੇਰੇ ਹੋਰ ਵੀ ਬਹੁਤ ਭਰਾ ਬੈਠੇ ਨੇ। ਦੋਸਤੋ, ਮੈਂ ਇੱਥੇ ਇੱਕ ਗੱਲ ਕਹਿਣੀ ਜ਼ਰੂਰ ਚਾਹਾਂਗਾ ਵੀ ਸਰਕਾਰ ਨੂੰ ਤਾਂ ਅਸੀਂ ਗੁਹਾਰ ਕਰਦੇ ਹੀ ਕਰਦੇ ਹਾਂ, ਅਵਤਾਰ ਸਿੰਘ ਜੀ ਨੇ ਵੀ ਗੁਹਾਰ ਕਰੀ ਹੈ। ਖਾਸ ਤੌਰ 'ਤੇ ਜੋ ਇਹ ਅੱਜ ਸਾਡੀ ਮੁਲਾਕਾਤ ਦੇਖਣਗੇ NRI ਭਰਾ, ਉਹਨਾਂ ਨੂੰ ਵੀ ਖਾਸ ਤੌਰ 'ਤੇ ਸਾਡੀ ਰਿਕੁਐਸਟ ਆ, ਬੇਨਤੀ ਆ ਵੀ ਅਵਤਾਰ ਸਿੰਘ ਜੀ ਦੀ ਸਪਾਂਸਰਸ਼ਿਪ ਦਾ ਜ਼ਰੂਰ ਕੋਈ ਹੱਲ ਕੀਤਾ ਜਾਵੇ, ਇਹਨਾਂ ਦੀ ਵੀ ਬਾਂਹ ਫੜੀ ਜਾਵੇ। ਅੱਗੇ ਵੀ ਅਸੀਂ ਇਹੋ ਜਿਹੀਆਂ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਸਤਿ ਸ਼੍ਰੀ ਅਕਾਲ।